ਗੁਰੂ ਜੀ। सच जानियो सिखां दे विच ना ਜਿਹੜੇ ਗੁਰੂ ਪਿਤਾ ਦੇ ਸਿੱਖ ਨੇ, ਅਸੀਂ ਸਾਰੇ ਹੀ ਕਹਿੰਦੇ ਅਸੀਂ ਕਲਗੀਆਂ ਵਾਲੇ ਦੇ ਪੁੱਤਰ ਹਾਂ, ਤੇ ਉਹਨਾਂ ਨੂੰ ਉਪਦੇਸ਼ ਨਹੀਂ ਦਿੱਤਾ ਜਾ ਸਕਦਾ। ਸਾਨੂੰ ਬੜੀ ਪੀੜਾ ਹੁੰਦੀ ਜਦੋਂ ਗੁਰੂ ਪਿਤਾ ਕਲਗੀਆਂ ਵਾਲੇ ਦੇ ਧੀਆਂ ਨੂੰ, ਕਲਗੀ ਵਾਲੇ ਦੇ ਪੁੱਤਰ ਕਹਾਉਣ ਵਾਲਿਆਂ ਨੂੰ ਜਦੋਂ ਉਪਦੇਸ਼ ਦੇਣਾ ਪੈਂਦਾ। ਇੱਥੇ ਤੇ ਚਾਹੀਦਾ ਕੀ ਸੀ ਕਿ ਜੇ ਉਹ ਪਿਆਰੇ ਦਾ ਇਸ਼ਕ ਜਾਗਿਆ ਏ ਤੇ ਦੱਸ ਨਾ ਕਿਹੜੀ ਕਲਾ ਪ੍ਰਗਟ ਹੋਈ ਏ। ਹਿਰਦੇ ਦੇ ਵਿੱਚ ਉਸ ਪ੍ਰੀਤਮ ਦੀ ਤੜਫ ਤੋਂ, ਉਸ ਪਿਆਰੇ ਦੀ ਪ੍ਰੀਤ ਤੋਂ ਕੋਈ ਅੰਦਰ ਰੂਹਾਨੀਅਤ ਜਾਗੀ, ਕੋਈ ਆਰਟ ਜਾਗਿਆ, ਕੋਈ ਕਲਾ ਜਾਗੀ। ਕਿਤੇ ਤੇਰੀ ਕਲਮ ਚੱਲਣ ਲੱਗ ਪਈ ਹੋਵੇ, ਕਿਤੇ ਤੇਰੀ ਕਲਮ ਚੋਂ ਉਸ ਦੇ ਬਿਰਹਾ ਦੇ ਗੀਤ ਨਿਕਲਣੇ ਸ਼ੁਰੂ ਹੋਏ ਹੋਣ, ਕਿਤੇ ਤੇਰੇ ਮਿੱਠੜੇ ਸੁਭਾਅ ਚੋਂ ਜਿਹੜਾ ਏ ਅਨੰਤ ਲੁਕਾਈ ਨੂੰ ਠੰਡ ਪੈਂਦੀ ਹੋਵੇ। ਬੇਅੰਤ ਤਰ੍ਹਾਂ ਦੀਆਂ ਕਲਾ ਨੇ ਜਿਹੜੀਆਂ ਆਪ ਜੀ ਨੂੰ ਮਿਲਦੀਆਂ ਸੀ ਉਸ ਪ੍ਰੀਤਮ ਦੇ ਮਾਰਗ ਤੇ। ਆਹ ਜਿਹੜੇ ਪੈਸੇ ਪੂਸੇ ਨੇ ਤੇ ਚੋਰ ਲੋਕ ਵੀ ਕਮਾ ਲੈਂਦੇ, ਠੱਗ ਵੀ ਕਮਾ ਲੈਂਦੇ, ਬੇਈਮਾਨ ਵੀ ਕਮਾ ਲੈਂਦੇ, ਲੋਕ ਨਸ਼ਾ ਵੇਚ ਕੇ ਵੀ ਕਮਾ ਲੈਂਦੇ। ਇਹ ਕਮਾਉਣਾ ਕੋਈ ਬਹੁਤ ਵੱਡੀ ਬਾਤ ਨਹੀਂ ਹੈ, ਇਹ ਕੋਈ ਬਹੁਤ ਵੱਡੀ ਤਰੱਕੀ ਨਹੀਂ ਹੈ ਭਾਈ। ਤਰੱਕੀ ਤੇ ਆਪ ਜੀ ਦੀ ਸੀ ਕਿ ਅੰਦਰ ਕੋਈ ਇਸ਼ਕ ਜਾਗਦਾ, ਅੰਦਰ ਕੋਈ ਪ੍ਰੀਤ ਜਾਗਦੀ, ਅੰਦਰ ਉਸ ਪ੍ਰੀਤਮ ਦਾ ਬਿਰਹਾ ਜਾਗਦਾ, ਅੰਦਰ ਉਹ ਗੁਣ ਰੂਪ ਜਿਹੜਾ ਹੈ ਆ ਕੇ ਬਹਿੰਦਾ ਆਪ ਜੀ ਦੇ ਹਿਰਦੇ ਤੋਂ ਤੇ ਆਪ ਜੀ ਦੇ ਜੀਵਨ ਦੇ ਵਿੱਚ ਰੰਗ ਭਰਦਾ, ਆਪ ਜੀ ਨਾਲ ਲਾਡ ਕਰਦਾ, ਆਪ ਜੀ ਨਾਲ ਬਖਸ਼ਿਸ਼ਾਂ ਕਰਦਾ, ਸਾਰਾ ਕੁਝ ਕਰ ਕਰਾ ਕੇ ਤੇ ਸਭ ਕੁਝ ਆਪ ਜੀ ਨੂੰ ਜਿਹੜਾ ਦੇ ਕੇ ਤੇ ਪਾਸੇ ਬਹਿ ਕੇ ਵਿਗਸਦਾ ਤੇ ਖੇਡਦਾ। ਤੇ ਆਪ ਜੀ ਦੇਖ ਕੇ ਕਹਿੰਦੇ ਨਹੀਂ ਨਹੀਂ ਮੇਰਾ ਨਹੀਂ ਕੀਤਾ, ਸਭ ਇਹਦਾ ਕੀਤਾ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਜਿਹੜੀ ਚੀਜ਼ ਨੂੰ ਕਮਾ ਕੇ ਮਾਣ ਹੋਣਾ ਚਾਹੀਦਾ ਸੀ ਉਹ ਕਮਾ ਨਹੀਂ ਰਹੇ। ਤੇ ਜੇ ਪੈਸੇ ਦਾ ਹੀ ਮਾਣ ਹੈ ਤੇ ਫਿਰ ਜਿਹੜੇ ਡਰੱਗਸ ਵੇਚਦੇ ਨੇ, ਨਸ਼ਾ ਕਰਦੇ ਨੇ, ਬੇਈਮਾਨ ਨੇ, ਨੇਤਾ ਲੋਕ ਨੇ, ਠੱਗ ਨੇ, ਫਿਰ ਤੇ ਉਹਨਾਂ ਨੂੰ ਵੀ ਮਾਣ ਕਰਨਾ ਚਾਹੀਦਾ ਹੈ ਭਾਈ। ਪੈਸਾ ਤੇ ਉਹਨਾਂ ਕੋ ਵੀ ਬਹੁਤ ਹੈ, ਗੱਡੀਆਂ, ਕਾਰਾਂ, ਮੋਟਰਾਂ, ਘਰ ਤੇ ਉਹਨਾਂ ਕੋ ਵੀ ਬਹੁਤ ਨੇ। ਸੱਚ ਜਾਣਿਓ, ਗੁਰਸਿੱਖਾਂ ਦੇ ਨਾਲ ਇੱਕੋ ਹੀ ਬਾਤ ਸਾਨੂੰ ਕਰਨੀ ਚੰਗੀ ਲੱਗਦੀ ਹੈ ਕਿ ਤੁਸੀਂ ਮੇਰੇ ਪ੍ਰੀਤਮ ਦੀ ਕੋਈ ਬਾਤ ਸੁਣਾਓ, ਉਹਦਾ ਕੋਈ ਇਸ਼ਕ ਸੁਣਾਓ ਕਿ ਉਸ ਪ੍ਰੀਤਮ ਨੇ, ਉਸ ਕਲਗੀਆਂ ਵਾਲੇ ਨੇ ਆਹ ਰੰਗ ਭਰਿਆ ਸੀ। ਅਸੀਂ ਸੱਚ ਜਾਣਿਓ ਆਪ ਜੀ ਨਾਲ ਉਹੀ ਕਰਨਾ ਹੈ। ਆਹ ਤੇ ਮਜਬੂਰੀ ਹੈ ਕਿ ਤੁਸੀਂ ਉਲਟਾ ਕੰਮ ਸਾਡੇ ਕੋਲ ਕਰਾਉਂਦੇ ਹੋ। ਉਸ ਪ੍ਰੀਤਮ ਦੇ ਰੰਗਾਂ ਨੂੰ ਰੋਜ਼ ਜਿਹੜਾ ਏ, ਰੋਜ਼ ਨਹੀਂ ਤੇ ਕਦੀ ਹਫ਼ਤੇ ਬਾਅਦ, ਮਹੀਨੇ ਬਾਅਦ ਆਪਣੇ ਆਪ ਨੂੰ ਐਨਾਲਾਈਜ਼ ਕਰਿਆ ਕਰੋ। ਰੋਜ਼ ਤੇ ਕਰਿਆ ਕਰੋ ਅੱਜ ਉਸ ਪ੍ਰੀਤਮ ਨੂੰ ਪਾਉਣ ਦੇ ਕਰਮ ਕਿੰਨੇ ਕੀਤੇ, ਅੱਜ ਕਿੰਨੇ ਕਰਮ ਕੀਤੇ ਨੇ ਜਿਨ੍ਹਾਂ ਤੇ ਉਹ ਤੁੱਠਾ ਹੋਏਗਾ, ਜਿਨ੍ਹਾਂ ਤੇ ਉਸ ਸਾਹਿਬ ਨੂੰ ਮਾਣ ਹੋਇਆ ਹੋਏਗਾ ਕਿ ਇਹ ਮੇਰਾ ਪੁੱਤ ਵਾਲਾ ਕਰਮ ਕੀਤਾ ਹੈ। ਮੈਂ ਅੱਜ ਇਹਨੇ ਕਿਹੜੇ ਕਰਮ ਕੀਤੇ ਨੇ ਕਿ ਉਹ ਸਾਹਿਬ ਜਿਹੜਾ ਹੈ ਉਹਨੂੰ ਲੱਗਾ ਹੋਏਗਾ ਕਿ ਅੱਜ ਇਹ ਮੇਰੇ ਪੁੱਤ ਵਾਲਾ ਕਰਮ ਨਹੀਂ ਕੀਤਾ ਹੈ, ਆਹ ਕਰਮ ਮੇਰੇ ਪੁੱਤ ਵਾਲਾ ਕਰਮ ਨਹੀਂ ਹੈ। ਇਹ ਰੋਜ਼ ਕਰ ਲਿਆ ਕਰੋ। ਕੋਈ ਮਹੀਨੇ ਬਾਅਦ, ਹਫ਼ਤੇ ਬਾਅਦ ਕਿਤੇ ਬਹਿ ਕੇ ਆਪਣੇ ਆਪ ਨੂੰ, ਆਪਣੇ ਹਿਰਦੇ ਨੂੰ, ਆਪਣੇ ਹਿਰਦੇ ਦੇ ਆਕਰਸ਼ਣ ਨੂੰ, ਜਿਹਨੂੰ ਵਾਸ਼ਨਾ ਵੀ ਕਹਿੰਦੇ ਆ, ਉਹਨਾਂ ਨੂੰ ਵੀ ਖੋਜਿਆ ਕਰੋ ਕਿ ਮੈਂ ਕਿੱਥੇ ਕਿੱਥੇ ਉਲਝ ਜਾਣਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਉਸ ਪਿਆਰੇ ਦੀ ਪ੍ਰੀਤ ਤੋਂ ਭਟਕਾ ਦਿੰਦੀਆਂ ਨੇ। ਆਪ ਜੀ ਪੜ੍ਹਦੇ ਹੋ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ, ਪਲ ਪਲ ਉਹ ਸਾਹਿਬ ਤੋਂ ਦੂਰੀ ਬਣਾ ਰਹੇ ਨੇ ਇਹ ਪੰਜ, ਪਰ ਉਹ ਆਕਰਸ਼ਣ ਕਿਹੜੇ ਨੇ, ਕਿੱਥੇ ਨੇ ਜਿਹੜੀਆਂ ਇਹ ਮੈਨੂੰ ਦੂਰ ਲੈ ਕੇ ਜਾਂਦੇ। ਆਪਣੇ ਆਪ ਨੂੰ ਖੋਜਣਾ ਬਹੁਤ ਜ਼ਰੂਰੀ ਹੈ ਭਾਈ, ਨਹੀਂ ਤੇ ਪਤਾ ਕੀ ਹੋਣਾ, ਪਖੰਡੀ ਜੇ ਹੋ ਜਾਣਾ। ਤੇ ਪਖੰਡੀਆਂ ਨਾਲ ਜੱਗ ਭਰਿਆ ਪਿਆ ਹੈ ਭਾਈ, ਹੋਰ ਨਹੀਂ ਚਾਹੀਦੇ। ਅੱਗੇ ਉੱਤੋਂ ਦੀ ਡੁੱਲਦੇ ਪਏ ਨੇ, ਇੱਕ ਦੂਜੇ ਦੇ ਉੱਤੇ ਚੜੇ ਪਏ ਨੇ, ਅੱਗੇ ਬਹੁਤ ਨੇ। ਤੇ ਕਲਗੀਆਂ ਵਾਲੇ ਦੇ ਪੰਥ 'ਚ ਪਖੰਡੀ ਇੱਕ ਵੀ ਨਹੀਂ ਚਾਹੀਦਾ। ਪਰ ਮਾਫ ਕਰਨਾ ਬੇਅੰਤ ਨੇ ਆਪਣੇ ਆਪ ਨੂੰ ਕਹਾਉਣ ਵਾਲੇ। ਫਿਰ ਕਿਵੇਂ ਚੱਲੇਗਾ? ਉਹਨਾਂ ਵੱਲ ਵੇਖ ਕੇ ਸਾਡੇ ਬੱਚੇ ਜਿਹੜੇ ਨੇ, ਜਿਨ੍ਹਾਂ ਨੂੰ ਅਸੀਂ ਗੁਰਸਿੱਖ ਬਣਾਉਣ ਦੀ ਇੰਨੀ ਖੇਡ ਰਚ ਕੇ ਬੈਠੇ ਹਾਂ, ਉਹਨਾਂ ਵੱਲ ਵੇਖ ਕੇ ਇਹਨਾਂ ਨੂੰ ਇਸ਼ਕ ਕਿਵੇਂ ਲੱਗੇਗਾ? ਇਹਨਾਂ ਦੇ ਸਾਹਮਣੇ ਕਿਹਦੇ ਵੱਲ ਵੇਖ ਕੇ ਕੀ ਬਣਨੇ, ਮਾਡਲ ਕੀ ਹੈ ਇਹਨਾਂ ਬੱਚੇ?
ਸਾਹਮਣੇ ਕਿਹਨੂੰ ਦੇਖ ਕੇ ਇਹ ਕੀ ਬਣ ਜਾਣਾ। ਖੋਜਣਾ ਸੀ ਕਿ ਮੈਂ ਕਿੰਨੀ ਕੁ ਸਿੱਖੀ ਕਮਾਉਣਾ ਹੈ। ਕਈ ਵਾਰ ਪਤਾ ਕੀ ਹੁੰਦਾ, ਕੁਝ ਮਹੀਨੇ ਇੱਦਾਂ ਹੁੰਦਾ ਹੈ ਕਿ ਅਸੀਂ ਬੜੇ ਰੰਗ 'ਚ ਨਿਕਲ ਜਾਂਦੇ। ਕਈ ਵਾਰ ਇੱਦਾਂ ਦੀ ਅਵਸਥਾ ਵੀ ਆਉਂਦੀ ਹੈ ਕਿ ਬਿਲਕੁਲ ਨੀਵਾਂ ਪੱਧਰ ਚਲਿਆ ਜਾਂਦਾ। ਇੱਦਾਂ ਲੱਗਦਾ ਹੈ ਜੋ ਰੰਗ ਸੀ ਸਭ ਗਵਾ ਬੈਠੇ, ਹੁਣ ਉਹ ਰੰਗ ਨਹੀਂ ਹੈ। ਇਹੋ ਹੀ ਖੋਜਣਾ ਸੀ ਕਿ ਮੈਂ ਪਿੱਛੇ ਨੂੰ ਜਾ ਰਿਹਾ, ਅੱਗੇ ਨੂੰ ਜਾ ਰਿਹਾ। ਮੇਰੇ ਜੀਵਨ ਦੀ ਯਾਤਰਾ ਕੀ ਹੈ? ਸਰੀਰ ਦਾ ਇੱਕ ਧਰਮ ਹੈ, ਸਰੀਰ ਤੇ ਮੌਤ ਵੱਲ ਨੂੰ ਤੁਰਿਆ ਹੀ ਜਾ ਰਿਹਾ ਹੈ, ਇਹਨੇ ਰੁਕਣਾ ਨਹੀਂ ਹੈ। ਇਹਦੇ ਤੋਂ ਪਹਿਲਾਂ ਇਹ ਮੌਤ ਤੱਕ ਪਹੁੰਚੇ, ਤੁਸੀਂ ਆਪਣੇ ਸਾਹਿਬ ਦੀ ਘੱਟੋ ਘੱਟ ਪ੍ਰੀਤ ਤੱਕ ਤੇ ਪਹੁੰਚ ਜਾਓ, ਉਹਦੇ ਇਸ਼ਕ ਤੱਕ ਤੇ ਪਹੁੰਚ ਜਾਓ। ਗੱਲੀ ਬਾਤੀ ਨਹੀਂ। ਜਿੱਥੇ ਆਪ ਜੀ ਦੇ ਹਿਰਦੇ ਨੂੰ ਇੱਕ ਚਾਹਤ ਲੱਗੇ, ਜਿੱਥੇ ਹਰ ਇੱਕ ਦੇ ਵਿੱਚ ਉਹਦੀ ਜੋਤ ਦਿਖਾਈ ਦੇਵੇ, ਜਿੱਥੇ ਬਸ ਆਪਣੇ ਹੀ ਮਸਤਾਨੇ ਰੰਗ ਦੇ ਵਿੱਚ ਆਪਣੇ ਪ੍ਰਭੂ ਦੇ ਮਿੱਠੜੇ ਬਾਣੀ ਨੂੰ, ਹੁਕਮਾਂ ਨੂੰ ਗਾਉਂਦੇ ਰਹੋ ਤੇ ਮਸਤ ਰਹੋ ਬਸ। ਜਿੱਥੇ ਦੂਜੇ ਦੀ ਕੋਈ ਜ਼ਰੂਰਤ ਨਾ ਹੋਵੇ, ਨਾ ਆਪ ਜੀ ਨੂੰ ਮਨ ਪਰਚਾਉਣ ਵਾਸਤੇ ਟੀਵੀ ਦੀ ਲੋੜ ਪਵੇ, ਯੂਟਿਊਬਾਂ ਦੀ ਲੋੜ ਪਵੇ, ਫੇਸਬੁੱਕ ਦੀ ਲੋੜ ਪਵੇ, ਬੁੱਕਾਂ ਦੀ ਲੋੜ ਪਵੇ, ਕਿਸੇ ਚੀਜ਼ ਦੀ ਜ਼ਰੂਰਤ ਨਾ ਪਵੇ। ਤੁਸੀਂ ਤੇ ਤੁਹਾਡੇ ਗੁਰੂ ਸਾਹਿਬ ਇਨਫ ਹੋਵੋ ਇੱਕ ਦੂਜੇ ਦੇ ਲਈ। ਕਮ ਸੇ ਕਮ ਉੱਥੇ ਪਹੁੰਚ ਜਾਈਏ। ਅੱਛਾ, ਹੱਥ ਖੜਾ ਕਰੋ ਹਾਂ ਜਿਨ੍ਹਾਂ ਨੂੰ 1-2 ਦਿਨਾਂ ਦੇ ਵਿੱਚ ਲੱਗਦਾ ਕਿ ਜਾਂ ਇੱਕ ਦਿਨ 'ਚ ਹੀ ਕਿ ਉਹ ਅੱਜ ਤੇ ਫੇਸਬੁੱਕ ਨਹੀਂ ਵੇਖੀ, ਦਿਨ ਕਿੱਦਾਂ ਲੰਘੇਗਾ? ਇਹ ਔਖਾ ਹੋਣਾ। ਹੁਣੇ ਅਸੀਂ ਕਿਹਾ ਨਾ, ਨਾਮ ਕੌਣ ਕੌਣ ਜਪਦਾ, ਤੇ ਫਿਰ ਹੱਥ ਖੜਾ ਕਰ ਲੈਣਾ ਕਈਆਂ ਨੇ। ਸਮਝ ਆ ਰਹੀ ਜੋ ਕਹਿ ਰਹੇ ਆ ਕਿ ਨਹੀਂ ਕਹਿ ਰਹੇ? ਕਦੀ ਤੇ ਮੌਕਾ ਦਿਓ ਕਿ ਬਹਿ ਕੇ ਉਸ ਪ੍ਰੀਤਮ ਦੀ ਬਾਤ ਕਰੀਏ, ਉਸ ਪਿਆਰੇ ਦੀ, ਉਸ ਸਾਹਿਬ ਦਾ ਰੰਗ ਜਿਹੜਾ ਹੈ ਉਹ ਮਾਣੀਏ। ਫਿਰ ਤੁਸੀਂ ਕਹਿੰਦੇ ਹੋ ਸਾਡੇ ਕੋਲ ਆਉਂਦੇ ਨਹੀਂ, ਕੀ ਲੈਣ ਆਈਏ? ਜਿਹੜੀ ਸਾਡੀ ਖੁਰਾਕ ਹੈ, ਸਾਡੀ ਭੇਟਾ ਹੈ, ਉਹ ਤੇ ਤੁਸੀਂ ਅੱਜ ਤੱਕ ਨਹੀਂ ਦਿੱਤੀ, ਕਿਸੇ ਨੇ ਨਹੀਂ ਦਿੱਤੀ। ਦੱਸੋ ਨਾ, ਕਿਸੇ ਨੇ ਦਿੱਤੀ ਹੈ? ਕਿਸੇ ਨੇ ਨਹੀਂ ਕਿਹਾ ਕਿ ਖਾਲਸਾ ਜੀ ਬੈਠੋ, ਮੈਂ ਆਪਣੇ ਕਲਗੀਆਂ ਵਾਲੇ ਦੀ ਬਾਤ ਸੁਣਾਉਣਾ ਹੈ। ਮੇਰੇ ਨਾਲ ਉਹਨੇ ਆਹ ਖੇਡ ਵਰਤਾਈ ਸੀ। ਮੇਰਾ ਆਹ ਜੀਵਨ ਦਾ ਰੰਗ ਜਿਹੜਾ ਸੀ ਉਹ ਏਦਾਂ ਗੜਬੜ ਸੀ। ਹੁਣ ਮੇਰਾ ਆਹ ਰੰਗ ਜਿਹੜਾ ਹੈ ਇਹ ਮੇਰੇ ਪ੍ਰੀਤਮ ਦਾ ਬਖਸ਼ਿਆ ਹੈ, ਮੈਂ ਇਹਨੂੰ ਸੰਭਾਲ ਕੇ ਰੱਖਦਾ। ਕੋਈ ਇੱਕ ਤੇ ਦੱਸੋਗੇ, ਜਿਸ ਚੀਜ਼ ਦੇ ਅਸੀਂ ਆਸ਼ਕ ਹਾਂ ਉਹ ਤੁਸੀਂ ਨਹੀਂ ਦਿੰਦੇ, ਤੇ ਸਾਨੂੰ ਤੰਗ ਕਰਦੇ ਰਹਿੰਦੇ ਹੋ ਕਿ ਖਾਲਸਾ ਜੀ ਇੱਥੇ ਆਉਣਾ ਹੈ, ਖਾਲਸਾ ਜੀ ਇੱਥੇ ਆਉਣਾ ਹੈ। ਚਲੋ ਕੁਝ ਸਵਾਲਾਂ ਤੇ ਆਈਏ। ਜੀਵਨ ਦੇ ਰੰਗ ਦੇ ਵਿੱਚ ਕਿਸੇ ਪਿਆਰੇ ਦਾ ਕੋਈ ਸਵਾਲ ਹੈ? ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਆਪ ਜੀ ਪੁੱਛ ਸਕਦੇ ਹੋ। ਅਸੀਂ ਗੁਰਸਿੱਖਾਂ ਵਾਂਗੂ, ਭੈਣ ਭਰਾਵਾਂ ਵਾਂਗੂ ਬਹਿ ਕੇ ਵਿਚਾਰ ਕਰਾਂਗੇ। ਕੋਈ ਅੜਚਨ ਹੋਵੇ ਜਾਂ ਇੰਨੀ ਸੰਗਤ ਦੇ ਵਿੱਚ ਜਿਹੜਾ ਹੈ, ਇੱਕ ਚੀਜ਼ ਹੋਰ ਯਾਦ ਰੱਖਣਾ, ਭਗਤੀ ਜਿਹੜੀ ਹੈ ਨਾ ਪਿਆਰੇ ਨੂੰ ਖੁਸ਼ ਕਰਨ ਦੀ ਹੁੰਦੀ। ਭਗਤੀ ਦਾ ਮਤਲਬ ਜਿਹੜਾ ਹੈ ਉਹ ਇੰਨਾ ਹੈ ਕਿ ਉਹ ਸਾਹਿਬ ਖੁਸ਼ ਹੋਇਆ ਕਿ ਨਹੀਂ ਹੋਇਆ ਆਪ ਜੀ ਤੇ, ਉਹ ਪਿਆਰਾ ਆਪ ਜੀ ਤੇ ਰੀਝਿਆ ਕਿ ਨਹੀਂ ਰੀਝਿਆ। ਤੇ ਜੇ ਮੰਨ ਲਓ ਅਸੀਂ ਇੰਨੇ ਜਾਣੇ ਪਰਿਵਾਰ ਵਾਂਗੂ ਬੈਠੇ ਆ ਨਾ ਕਿ ਅਸੀਂ ਕਲਗੀਆਂ ਵਾਲੇ ਦੇ ਧੀਆਂ ਪੁੱਤਰ ਆ, ਸਪੋਜ਼ ਕਰੋ ਕੋਈ ਧੀ ਰਾਣੀ, ਕੋਈ ਵੀਰ ਜਿਹੜਾ ਹੈ ਉਹ ਸਵਾਲ ਪੁੱਛੇ ਆਪਣੇ ਹੀ ਮਨ ਦਾ, ਤੇ ਜੇ ਬਾਕੀ ਸਾਰੇ ਜਾਣੇ ਜਿਹੜੇ ਨੇ ਉਹਦੇ ਸਵਾਲ ਨੂੰ ਜਾਂ ਉਹਦੀ ਬਾਤ ਨੂੰ ਲੈ ਕੇ ਬਾਅਦ ਦੇ ਵਿੱਚ ਉਹਦੀ ਚਰਚਾ ਨਾ ਕਰਨ, ਨਿੰਦਿਆ ਨਾ ਕਰਨ, ਤੇ ਇਹ ਵੀ ਭਗਤੀ ਜੇ ਉਹਨੂੰ ਆਪਣਾ ਸਮਝ ਕੇ ਸੰਭਾਲ ਕੇ ਰੱਖਣ। ਅਜੇ ਤੇ ਮਾਫ ਕਰਨਾ, ਗੁਰਸਿੱਖਾਂ ਦੇ ਵਿੱਚ ਇਹ ਰੀਤ ਵੀ ਨਹੀਂ ਆਈ ਕਿ ਆਪਣਿਆਂ ਦੀ ਸੰਭਾਲ ਕਿਵੇਂ ਕਰਨੀ। ਇਹ ਵੀ ਭਗਤੀ ਹੈ। ਤੇ ਪਿਆਰਾ ਤੇ ਹਰ ਆਪ ਜੀ ਦੇ ਗੁਣ ਤੇ ਖੁਸ਼ ਹੋ ਜਾਂਦਾ। ਆਪ ਜੀ ਰੋਜ਼ ਨਿਤਨੇਮ ਦੇ ਵਿੱਚ ਪੜ੍ਹਦੇ ਹੋ ਨਾ, ਵਿਣ ਗੁਣ ਕੀਤੇ ਭਗਤ ਨਾ ਹੋ। ਫਿਰ ਬੋਲੋ ਨਾ, ਵਿਣ ਗੁਣ ਕੀਤੇ ਬਿਨਾ ਗੁਣਾ ਤੋਂ ਭਗਤੀ ਨਹੀਂ ਹੋ ਸਕਦੀ। ਗੁਣਾ ਦੀ ਕਮਾਈ ਜ਼ਰੂਰੀ ਹੈ ਤੇ ਗੁਣਾ ਦੀ ਕਮਾਈ ਕਰਿਓ। ਜੇ ਕੋਈ ਜੀ ਸਵਾਲ ਪੁੱਛੇ ਤੇ ਦੂਜੇ ਇਹ ਨਾ ਕਰਿਓ ਕਿ ਲੈ ਇਹਦੇ 'ਚ ਤੇ ਆ ਵੀ ਔਗਣ ਹੈ, ਸਾਨੂੰ ਪਤਾ ਨਹੀਂ।
चलो एक बच्चे का सवाल है कि मैं अपने अंदर दी मैल नूं किवें मिटा सकदा हाँ। मैं छोटियां छोटियां गल्लां ते गुस्सा करदा हाँ, वो किद्दां खत्म होवे। ये ते वड्डे दा सवाल लगदा है ना, बच्चे दा ते नहीं लगदा। सब तो पहला ये समझना पवेगा कि ये जीवन दे दो रंग जिहड़े ने ना, इन्हां नूं वो प्यारे ने सिरजिया है। उस प्रीतम ने दोवें चीज़ां पाइयां ने, बिख अमृत करतार उपाए, संसार बिरख को दोए फल लाए। ये दो फल लाए ने, एक बिख भी लाया है, एक अमृत भी लाया है। जेड़ा जेड़ा मनुख जेड़ा है वो अमृत खाई जांदा, ओदी मैल मिटदी जांदी, ते जेड़ा जेड़ा बिख खाई जांदा है ओदी मैल वधदी जांदी। हुण पुछोगे कि बिख खाना ते अमृत खाना की है? बिख खाना है दूजियां दे औगणां नूं चुकना, दूजियां दे औगणां नूं वेखना, दूजियां दे औगणां दी निंदिया करनी जां किसी भी औगण दी कमाई करनी, वो सब बिख खाना है। ते बिख जिहड़ा है ना वो आप जी नूं मौत वल लैके जांदा। बिख खाण वाला कदी जिंदा नहीं बचेगा। जहर है ते जहर ज्यों ज्यों खाई जाओगे मौत ही होएगी, होर कुछ नहीं होएगा। ते जेड़े जेड़े जहर खांदे ने बड़े जहरीले होणगे, तुसीं उन्हां नूं खिजदे वेखोगे, लड़दे वेखोगे, कलपदे वेखोगे। बेअंत जेड़े ने उन्हां तों विवाद जेड़े ने वो शुरू होणगे, बेअंत विवादां नूं जन्म देणगे, क्योंकि बिख खा रहे ने। ते ज्यों ज्यों तुसीं भी अमृत छकोगे ते शांत होंदे जाओगे, शीतल होंदे जाओगे, आनंद च जांदे जाओगे, एक रंग च जांदे जाओगे।